ਹੈਲੋ ਐਵਰੀਵਨ, ਵੈਲਕਮ ਟੂ CBC ਅਕੈਡਮੀ ਔਰ ਮੈਂ ਹਰਨ ਤਨੇਜਾ ਅਤੇ ਆਪਾਂ ਅੱਜ ਕੰਟੀਨਿਊ ਕਰਾਂਗੇ ਆਪਣਾ ਪੋਲਿਟੀ ਦਾ ਲੈਕਚਰ 11 ਅਤੇ ਜਿਨ੍ਹਾਂ ਨੇ ਪ੍ਰੀਵੀਅਸ ਲੈਕਚਰ ਨਹੀਂ ਵੇਖੇ ਜਾ ਕੇ ਜ਼ਰੂਰ ਵੇਖੋ ਅਤੇ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ਅਤੇ ਆਪਣੀ ਜੋ ਵੀ ਕਿਊਰੀਜ਼ ਆ ਪੁੱਛ ਸਕਦੇ ਹੋ ARNTANEJ07 ਅਤੇ ਆਪਾਂ ਕਰ ਰਹੇ ਸੀ ਕਿ ਪਾਰਲੀਮੈਂਟ ਅਤੇ ਹੁਣ ਤੱਕ ਆਪਾਂ ਪੜ੍ਹਿਆ ਸੀਗਾ ਪਾਰਲੀਮੈਂਟ ਦੇ ਵਿੱਚ ਕੌਣ ਕੌਣ ਹੁੰਦਾ, ਰਾਜ ਸਭਾ, ਲੋਕ ਸਭਾ ਅਤੇ ਪ੍ਰੈਜ਼ੀਡੈਂਟ। ਲੋਕ ਸਭਾ ਦਾ ਚੇਅਰਮੈਨ ਲੋਕ ਸਭਾ ਦਾ ਜਿਹੜਾ ਹੈੱਡ ਕੌਣ ਕਰਦਾ ਹੁੰਦਾ, ਸਪੀਕਰ, ਅਤੇ ਰਾਜ ਸਭਾ ਨੂੰ ਹੈੱਡ ਕਰਦਾ ਹੁੰਦਾ ਚੇਅਰਮੈਨ। ਸੋ ਜਿਹੜਾ ਆਪਣਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਉਹੀ ਐਕਸ ਆਫਿਸ਼ਰ ਚੇਅਰਮੈਨ ਆਫ ਰਾਜ ਸਭਾ ਵੀ ਹੁੰਦਾ ਹੈ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਆਪਾਂ ਕੁਛ ਪੜ੍ਹ ਰਹੇ ਸੀਗੇ, ਜਿਵੇਂ ਕਿ ਆਪਾਂ ਲਾਸਟ ਪੜ੍ਹਿਆ ਸੀਗਾ ਐਡਜਰਨਮੈਂਟ ਮੋਸ਼ਨ ਬਾਰੇ, ਪੜ੍ਹਿਆ ਸੀਗਾ ਆਪਾਂ 0R ਬਾਰੇ, ਅਤੇ ਆਪਾਂ ਪੜ੍ਹਿਆ ਸੀਗਾ ਕੁਸ਼ਚਨ ਆਵਰ ਬਾਰੇ, 0 ਆਵਰ, ਸਟਾਰਟ ਕੁਸ਼ਚਨ, ਵਿਪ ਬਾਰੇ। ਇਹ ਸਾਰੀਆਂ ਗੱਲਾਂ ਆਪਾਂ ਪ੍ਰੀਵੀਅਸ ਲੈਕਚਰ ਦੇ ਵਿੱਚ ਪੜ੍ਹ ਕੇ ਆਏ ਹਾਂ। ਠੀਕ ਹੈ ਜੀ। ਸੋ ਤੁਹਾਨੂੰ ਇੱਕਦਮ ਬੈਸਟ ਕੁਆਲਿਟੀ ਦੇ ਕੰਟੈਂਟ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਤੁਸੀਂ ਪੰਜਾਬ ਦਾ ਕੋਈ ਵੀ ਐਗਜ਼ਾਮ ਦੇ ਲਓ, ਅਗਰ ਕੋਈ ਪੋਲਿਟੀ ਦਾ ਉੱਥੇ ਕੁਸ਼ਚਨ ਪੁੱਛਿਆ ਜਾ ਰਿਹਾ, ਤੁਸੀਂ ਉੱਥੋਂ ਅਟੈਂਪਟ ਕਰ ਸਕਦੇ ਹੋ, ਈਜ਼ੀਲੀ ਅਟੈਂਪਟ ਕਰ ਸਕਦੇ ਹੋ। ਠੀਕ ਹੈ ਜੀ। ਸੋ ਅਗਰ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰੋ ਚੈਨਲ ਨੂੰ। ਅਤੇ ਬਾਕੀ ਜਿਹੜੀ ਸਾਡੀ CBC ਐਗਜ਼ਾਮ ਗੁਰੂ ਐਪ ਹੈਗੀ ਆ, ਉਹਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਉੱਥੇ ਸਾਡੀ ਟੈਸਟ ਸੀਰੀਜ਼ ਹੈਗੀਆਂ ਪਟਵਾਰੀ ਨੂੰ ਲੈ ਕੇ, ਨਾਇਬ ਤਹਿਸੀਲਦਾਰ ਨੂੰ ਲੈ ਕੇ, ਹੋਰ ਜਿਹੜੇ ਆਪਣੇ ਫਰਦਰ ਐਗਜ਼ਾਮ ਆਉਣ ਵਾਲੇ ਆ ਉਹਨਾਂ ਨੂੰ ਲੈ ਕੇ। ਠੀਕ ਹੈ ਜੀ। ਸੋ ਆਪਾਂ ਲਾਸਟ ਪੜ੍ਹਿਆ ਸੀਗਾ ਆਪਾਂ ਐਡਜਰਨਮੈਂਟ ਮੋਸ਼ਨ ਕੀ ਹੁੰਦਾ। ਹੁਣ ਆਪਾਂ ਪੜ੍ਹਦੇ ਹਾਂ ਨੋ ਕੌਨਫੀਡੈਂਸ ਮੋਸ਼ਨ ਕੀ ਹੁੰਦਾ। ਠੀਕ ਹੈ। ਨੋ ਕੌਨਫੀਡੈਂਸ ਤੋਂ ਮਤਲਬ ਕੀ ਹੁੰਦਾ, ਜਦੋਂ ਸਰਕਾਰ ਦਾ ਕੌਨਫੀਡੈਂਸ ਹੀ ਨਾ ਰਹੇ, ਮਤਲਬ ਕਿ ਆਪਣਾ ਕੌਨਫੀਡੈਂਸ ਹੀ ਨਾ ਰਹੇ ਸਰਕਾਰ ਪ੍ਰਤੀ, ਉਦੋਂ ਹੋ ਜਾਂਦਾ ਨੋ ਕੌਨਫੀਡੈਂਸ ਮੋਸ਼ਨ। ਮਤਲਬ ਕਿ ਸਪੋਜ਼ ਕਰੋ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਹੁੰਦਾ ਉਦੋਂ ਹੀ ਮਤਲਬ ਲਾਗੂ ਕੀਤਾ ਜਾਂਦਾ ਹੁੰਦਾ ਜਦੋਂ ਕਿ ਸਰਕਾਰਾਂ ਅਲਾਇੰਸਿਸ ਦੇ ਵਿੱਚ ਹੁੰਦੀਆਂ। ਠੀਕ ਹੈ ਜੀ। ਜਦੋਂ ਸਰਕਾਰ ਡਿੱਗਣ ਦੀ ਨੌਬਤ ਆ ਜਾਂਦੀ ਹੈ ਉਦੋਂ ਹੁੰਦਾ ਨੋ ਕੌਨਫੀਡੈਂਸ ਮੋਸ਼ਨ। ਠੀਕ ਹੈ ਜੀ। ਵੈਸੇ ਜ਼ਿਆਦਾਤਰ ਇੰਪਲੀਮੈਂਟ ਕੀਤਾ ਜਾਂਦਾ ਹੁੰਦਾ ਜਦੋਂ ਸਰਕਾਰਾਂ ਅਲਾਇੰਸਿਸ ਦੇ ਵਿੱਚ ਹੁੰਦੀਆਂ, ਗਠਬੰਧਨ ਜੋੜ। ਠੀਕ ਹੈ। ਜਦੋਂ ਗਠਬੰਧਨ ਦੇ ਵਿੱਚ ਹੁੰਦੀਆਂ ਸਰਕਾਰਾਂ, ਉਦੋਂ ਨੋ ਕੌਨਫੀਡੈਂਸ ਮੋਸ਼ਨ ਪਾਸ ਹੋਣ ਦੇ ਜ਼ਿਆਦਾ ਚਾਂਸਿਸ ਹੁੰਦੇ। ਜਿਵੇਂ ਕਿ ਤੁਸੀਂ ਵੇਖਿਆ ਹੀ ਹੋਊਗਾ, ਹੁਣ ਆਪਣੇ MP ਦੇ ਵਿੱਚ BJP ਦੀ ਸਰਕਾਰ ਬਣ ਗਈ ਹੈ, ਪਹਿਲਾਂ ਕਾਂਗਰਸ ਦੀ ਬਣੀ ਸੀਗੀ। ਸੋ ਉਹਨਾਂ ਨੇ ਨੋ ਕੌਨਫੀਡੈਂਸ ਮੋਸ਼ਨ ਲਾਗੂ ਕੀਤਾ ਤਾਂ ਹੁਣ BJP ਉੱਥੇ ਰੂਲ ਕਰਨ ਲੱਗ ਗਈ। ਨੋ ਕੌਨਫੀਡੈਂਸ ਦਾ ਮਤਲਬ ਕੀ ਹੁੰਦਾ ਕਿ ਜਿੰਨੇ MP ਸਪੋਰਟ ਕਰ ਰਹੇ ਸੀਗੇ ਕਿਸੇ ਵੀ ਗੌਰਮੈਂਟ ਨੂੰ, ਉਹਨਾਂ ਨੇ ਵਿਡਰੋ ਕਰ ਲਈ ਆਪਣੀ ਸਪੋਰਟ, ਤਾਂ ਉੱਥੇ ਆ ਜਾਂਦਾ, ਲਾਗੂ ਕੀਤਾ ਜਾਂਦਾ ਨੋ ਕੌਨਫੀਡੈਂਸ ਮੋਸ਼ਨ। ਸਪੋਜ਼ ਕਰ ਲਓ BJP ਕਿਸੇ ਹੋਰ ਫਰਦਰ ਪਾਰਟੀ ਦੇ ਨਾਲ ਅਲਾਇੰਸ ਬਣਾ ਕੇ ਸਰਕਾਰ ਬਣਾਉਂਦੀ ਹੈ, ਤਾਂ ਜਿਹੜੀ ਦੂਜੀ ਪਾਰਟੀ ਹੈਗੀ ਹੈ BJP ਤੋਂ ਦੂਜੇ ਜਾਂ ਤੀਜੇ ਸਾਲ ਹੀ ਆਪਣੀ ਸਪੋਰਟ ਵਾਪਸ ਲੈ ਲੈਂਦੀ ਹੈ, ਤਾਂ ਉੱਥੇ ਸਰਕਾਰ BJP ਦੀ ਡਿੱਗ ਜੂਗੀ, ਉੱਥੇ ਨਵੀਂ ਸਰਕਾਰ ਬਣੂਗੀ। ਹੁਣ ਜਿਹੜੀ ਦੂਜੀ ਪਾਰਟੀ ਸੀ ਜਿਹਨੇ ਸਪੋਰਟ ਕੀਤਾ ਸੀਗਾ BJP ਨੂੰ, ਹੁਣ ਉਹ ਕਾਂਗਰਸ ਦੀ ਸਪੋਰਟ ਦੇ ਵਿੱਚ ਆ ਗਈ ਹੈ। ਹੁਣ ਜਦੋਂ ਕਾਂਗਰਸ ਦੀ ਸਪੋਰਟ ਦੇ ਵਿੱਚ ਆ ਗਈ ਹੈ ਤਾਂ ਹੁਣ ਉੱਥੇ 2 ਸਾਲਾਂ ਬਾਅਦ ਕਾਂਗਰਸ ਦੀ ਸਰਕਾਰ ਬਣੂਗੀ, ਨਾ ਕਿ BJP ਦੇ, ਕਿਉਂਕਿ ਜਦੋਂ ਅਲਾਇੰਸਿਸ ਬਣਦੇ ਆ ਉਦੋਂ ਹੀ ਨੋ ਕੌਨਫੀਡੈਂਸ ਮੋਸ਼ਨ ਲਾਗੂ ਕੀਤਾ ਜਾਂਦਾ ਹੁੰਦਾ। ਸੋ ਆਪਾਂ ਪੜ੍ਹ ਵੀ ਲੈਂਦੇ ਹਾਂ। Article 75 of the Constitution says that the Council of Ministers shall be collectively responsible to the Lok Sabha. Collectively responsible to the Lok Sabha ਦਾ ਕੀ ਮਤਲਬ ਹੁੰਦਾ ਵੀ ਜਿਹੜੇ ਵੀ ਉਹ ਕੰਮ ਕਰਨਗੇ, ਕਾਊਂਸਲ ਆਫ ਮਿਨਿਸਟਰ ਕੰਮ ਕਰਨਗੇ, ਉਹ ਲੋਕ ਸਭਾ ਦੇ ਅਕਾਊਂਟੇਬਲ ਹੋਣਗੇ। ਜਿਹੜੇ ਵੀ ਕੰਮ ਕਰਨਗੇ ਉਹਨਾਂ ਦੇ ਪ੍ਰਤੀ ਉਹਨਾਂ ਦਾ ਫਰਜ਼ ਹੋਊਗਾ, ਅਕਾਊਂਟੇਬਲ ਹੋਣਗੇ ਲੋਕ ਸਭਾ ਦੇ ਪ੍ਰਤੀ। ਅਗਰ ਉਹਨਾਂ ਦੀ ਸਰਕਾਰ ਡਿੱਗਦੀ ਹੈ, ਜੇ ਮਤਲਬ ਉਹਨਾਂ ਦੀ ਸਰਕਾਰ ਡਿੱਗਦੀ ਹੈ ਤਾਂ ਕਾਊਂਸਲ ਆਫ ਮਿਨਿਸਟਰ ਵੀ ਡਿੱਗ ਜਾਣਗੇ। ਠੀਕ ਹੈ ਜੀ। It means that the ministry stays in office so long as it enjoy confidence of majority of the members of the Lok Sabha. So ministers ਉਦੋਂ ਤੱਕ ਹੀ ਰਹਿਣਗੇ ਜਦੋਂ ਉਹਨਾਂ ਕੋਲ ਮੈਜੋਰਿਟੀ ਹੈਗੀ ਹੈ। ਸਪੋਜ਼ ਕਰ ਲਓ ਹੁਣ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਹੈਗਾ। ਕਦੋਂ ਤੱਕ ਡਿਫੈਂਸ ਮਿਨਿਸਟਰ ਹੈਗਾ? ਜਦੋਂ ਤੱਕ BJP ਪਾਵਰ 'ਚ ਹੈਗੀ ਹੈ। ਜਦੋਂ BJP ਪਾਵਰ 'ਚ ਨਹੀਂ ਹੋਊਗੀ ਤਾਂ ਰਾਜਨਾਥ ਸਿੰਘ ਪਾਵਰ 'ਚ ਨਹੀਂ ਹੋਊਗਾ, ਮਤਲਬ ਉਹਨੂੰ ਵੀ ਆਪਣੀ ਕੁਰਸੀ ਛੱਡਣੀ ਪਊਗੀ। ਮੋਦੀ ਕਦੋਂ ਤੱਕ ਪਾਵਰ ਦੇ ਵਿੱਚ ਹੈਗਾ? ਜਦੋਂ ਉਹਦੀ ਪਾਰਟੀ ਰੂਲ ਕਰ ਰਹੀ ਹੈ, ਜਿਹੜੀ BJP ਰੂਲ ਕਰ ਰਹੀ ਹੈ, ਉਦੋਂ ਤੱਕ ਹੀ ਕੀ ਨਾਮ ਆਪਣਾ ਪ੍ਰਾਈਮ ਮਿਨਿਸਟਰ ਹੈਗਾ, ਉਦੋਂ ਤੱਕ ਹੀ ਉਹ ਰੂਲ ਕਰ ਸਕਦਾ ਆਪਣੇ 'ਤੇ, ਅਦਰਵਾਈਜ਼ ਉਹਨੂੰ ਵੀ ਰੂਲ ਛੱਡਣਾ ਪਊਗਾ। ਠੀਕ ਹੈ ਜੀ। ਸੋ ਇਨ ਅਦਰ ਵਰਡ, the Lok Sabha can remove the minister from the office by passing a no confidence motion. The motion needs a support of 50 members to be admitted. ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਵੀ ਜਿਹੜਾ ਆਪਣਾ ਕੀ ਨਾਮ ਹੈ, ਅਗਰ ਨੋ ਕੌਨਫੀਡੈਂਸ ਮੋਸ਼ਨ ਲਾਗੂ ਕਰਨਾ ਹੈ ਤਾਂ ਕਿਸ ਢੰਗ ਦੇ ਨਾਲ ਲਾਗੂ ਕੀਤਾ ਜਾ ਸਕਦਾ, ਤਾਂ ਆਪਣਾ ਆਨਸਰ ਆ ਜਾਊਗਾ ਐਟਲੀਸਟ ਜਦੋਂ 50 ਬੰਦੇ ਨੋ ਕੌਨਫੀਡੈਂਸ ਮੋਸ਼ਨ ਨੂੰ ਸਪੋਰਟ ਕਰਨਗੇ ਉਦੋਂ ਹੀ ਲਾਗੂ ਕੀਤਾ ਜਾਊਗਾ, ਅਦਰਵਾਈਜ਼ ਇਹ ਮੋਸ਼ਨ ਲਾਗੂ ਨਹੀਂ ਕੀਤਾ ਜਾ ਸਕਦਾ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਐਕਸਟ੍ਰੀਮਲੀ ਇੰਪੋਰਟੈਂਟ ਹੈਗਾ। ਠੀਕ ਹੈ ਜੀ।
ਸੋ 50 ਬੰਦਿਆਂ ਵਾਲੀ ਗੱਲ ਤੁਸੀਂ ਯਾਦ ਰੱਖਣੀ ਹੈ, ਠੀਕ ਹੈ ਜੀ। ਬਾਕੀ ਗੱਲਾਂ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਵੀ ਨੋ ਕੌਨਫੀਡੈਂਸ ਮੋਸ਼ਨ ਕੀ ਹੁੰਦਾ। ਇਹ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਹੈ ਆਪਣੀ ਲੋਕ ਸਭਾ ਦੇ ਵਿੱਚ ਉਦੋਂ ਹੀ ਲਿਆ ਜਾ ਸਕਦਾ ਜਦੋਂ 50 ਬੰਦੇ ਐਟਲੀਸਟ ਸਪੋਰਟ ਕਰਨਗੇ ਇਸ ਮੋਸ਼ਨ ਨੂੰ, ਠੀਕ ਹੈ। ਸੋ ਹੁਣ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ, ਹੈਗਾ ਪ੍ਰਿਵਿਲੇਜਿਸ ਮੋਸ਼ਨ। ਪ੍ਰਿਵਿਲੇਜ ਮੋਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਸਪੋਜ਼ ਕਰ ਲਓ ਕੋਈ ਮਿਨਿਸਟਰ ਹੈਗਾ, ਉਹ ਜਿਹੜੇ ਪਾਰਲੀਮੈਂਟ ਦੇ ਪ੍ਰਿਵਿਲੇਜਿਸ ਹੈਗਾ ਉਹਨੂੰ ਬਰੀਚ ਕਰ ਰਿਹਾ, ਤਾਂ ਉਸ ਚੀਜ਼ 'ਤੇ ਇੱਕ ਮੋਸ਼ਨ ਲਾਗੂ ਕੀਤਾ ਜਾ ਸਕਦਾ, ਉਹਨੂੰ ਕਿਹਾ ਜਾਂਦਾ ਪ੍ਰਿਵਿਲੇਜ ਮੋਸ਼ਨ। ਤਾਂ ਉਸ ਚੀਜ਼ ਨੂੰ ਕੰਡੈਮ ਕੀਤਾ ਜਾ ਸਕਦਾ, ਉਸ ਚੀਜ਼ ਦੀ ਨਿਖੇਧੀ ਕੀਤੀ ਜਾ ਸਕਦੀ ਹੈ। ਪਾਰਲੀਮੈਂਟ ਦੇ ਜਿਹੜੇ ਅਧਿਕਾਰ ਹੈਗੇ ਉਹਦਾ ਦੁਰਉਪਯੋਗ ਕੀਤਾ ਜਾ ਰਿਹਾ। ਇਹ ਕੌਣ ਮਤਲਬ ਕੰਡੈਮ ਕਰਦਾ ਜਾਂ ਕੌਣ ਉਹਦੇ 'ਤੇ ਓਬਜੈਕਸ਼ਨ ਲਾਉਂਦਾ ਹੁੰਦਾ? ਜਿਹੜੇ ਆਪਣੇ ਆਮ MP ਹੁੰਦੇ, ਜਿਵੇਂ ਹੁਣ ਭਗਵੰਤ ਮਾਨ ਹੈ, ਆਪਣਾ ਇੱਕ ਸਿੰਪਲ MP ਹੈਗਾ, ਨਾ ਕਿ ਉਹ ਕੈਬਨਿਟ ਮਿਨਿਸਟਰ ਹੈਗਾ, ਨਾ ਕਾਉਂਸਲ ਆਫ ਮਿਨਿਸਟਰ ਹੈਗਾ, ਠੀਕ ਹੈ। ਤਾਂ ਜਦੋਂ ਕੋਈ ਵੀ ਮਿਨਿਸਟਰ ਹੈ, ਸਪੋਜ਼ ਕਰ ਲਓ ਅਮਿਤ ਸ਼ਾਹ, ਜਿਹੜੇ ਉਹਨੂੰ ਪ੍ਰਿਵਿਲੇਜਿਸ ਦਿੱਤੇ ਹੋਏ ਹੈ, ਉਹ ਪ੍ਰਿਵਿਲੇਜਿਸ ਦਾ ਉਹ ਦੁਰਉਪਯੋਗ ਕਰੇ ਤਾਂ ਭਗਵੰਤ ਮਾਨ ਉਹਦੇ 'ਤੇ ਰੋਪ ਲਾ ਸਕਦਾ ਵੀ ਹਾਂ ਅਮਿਤ ਸ਼ਾਹ ਨੇ ਇੱਦਾਂ ਜਾ ਕੇ ਦੁਰਉਪਯੋਗ ਕੀਤਾ ਆਪਣੇ ਜਿਹੜੇ ਉਹਨੂੰ ਅਧਿਕਾਰ ਦਿੱਤੇ ਗਏ ਹੈਗੇ ਆ, ਠੀਕ ਹੈ। ਸੋ ਇਸ ਚੀਜ਼ ਨੂੰ ਕਿਹਾ ਜਾਂਦਾ ਪ੍ਰਿਵਿਲੇਜ ਮੋਸ਼ਨ। ਸਿੰਪਲ ਜਿਹਾ ਹੈਗਾ ਆਪਾਂ ਕਨਸੈਪਟ। ਸੋ ਤੁਸੀਂ ਇਹਨੂੰ ਯਾਦ ਰੱਖਣਾ ਵੀ ਪ੍ਰਿਵਿਲੇਜ ਮੋਸ਼ਨ ਹੁੰਦਾ ਕੀ ਹੈ। ਸੋ ਇਹ ਮੇਜਰ ਚੀਜ਼ ਹੈਗੀ ਹੈ ਜੀ, ਆਪਾਂ ਨੂੰ ਯਾਦ ਹੋਣਾ ਚਾਹੀਦਾ ਪ੍ਰਿਵਿਲੇਜ ਮੋਸ਼ਨ ਹੁੰਦਾ ਕੀ ਹੈ। ਇਟ ਇਜ਼ ਮੂਵਡ ਮੈਂਬਰ ਵੈਨ ਹੀ ਫੀਲਸ ਦੈਟ ਦਾ ਮਿਨਿਸਟਰ ਹੈਜ਼ ਕਮਿਟਡ ਏ ਬ੍ਰੀਚ ਆਫ ਪ੍ਰਿਵਿਲੇਜਸ ਆਫ ਦਾ ਹਾਊਸ। ਸੋ ਜਦੋਂ ਮੈਂਬਰ ਨੂੰ ਲੱਗਦਾ ਹੈ ਵੀ ਜਿਹੜਾ ਅਗਲਾ ਬੰਦਾ ਹੈਗਾ, ਜਿਹੜਾ ਮਿਨਿਸਟਰ ਹੈਗਾ, ਉਹਨੇ ਪ੍ਰਿਵਿਲੇਜਿਸ ਦਾ ਦੁਰਉਪਯੋਗ ਕੀਤਾ ਹੈਗਾ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਹੋਰ ਆਪਣੇ ਲਈ ਕੀ ਜ਼ਰੂਰੀ ਹੈਗਾ। ਸੋ ਬਿੱਲ ਇੰਟਰੋਡਿਊਸ ਇਨ ਦਾ ਪਾਰਲੀਮੈਂਟ ਕੈਨ ਆਲਸੋ ਬੀ ਕਲਾਸੀਫਾਈਡ ਇਨਟੂ 4 ਕੈਟਾਗਰੀਜ਼। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਆਪਣੇ ਪਾਰਲੀਮੈਂਟ ਦੇ ਵਿੱਚ ਕੋਈ ਵੀ ਚੀਜ਼, ਕੋਈ ਵੀ ਰੂਲ ਬਣਾਉਣਾ ਹੁੰਦਾ ਤਾਂ ਉਹਦੇ ਲਈ ਬਿੱਲ ਲੈ ਕੇ ਆਉਂਦੇ ਆ, ਤਾਂ ਜਦੋਂ ਬਿੱਲ ਪਾਸ ਹੋ ਜਾਂਦਾ ਹੈ ਤਾਂ ਉਹਨੂੰ ਰੂਲ ਬਣਾ ਦਿੱਤਾ ਜਾਂਦਾ ਹੁੰਦਾ, ਠੀਕ ਹੈ ਜੀ। ਸੋ ਆਪਣਾ ਜਿਹੜਾ ਸੰਵਿਧਾਨ ਹੈਗਾ ਉਹਦੇ ਅਕੋਰਡਿੰਗ 3 ਤਰ੍ਹਾਂ ਦੇ ਬਿੱਲ ਹੈਗੇ ਆ, ਓਨਰਰੀ ਬਿੱਲ, ਮਨੀ ਬਿੱਲ, ਫਾਈਨੈਂਸ਼ੀਅਲ ਬਿੱਲ ਅਤੇ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ, ਠੀਕ ਹੈ ਜੀ। ਸੋ ਆਪਾਂ 4 ਪਾਰਟਸ ਦੇ ਵਿੱਚ ਆਪਣੇ ਬਿੱਲਸ ਡਿਵਾਈਡ ਕੀਤੇ ਹੋਏ ਆ, ਓਰਨਰੀ ਬਿੱਲ, ਮਨੀ ਬਿੱਲ, ਫਾਈਨੈਂਸ਼ੀਅਲ ਬਿੱਲ ਅਤੇ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ। ਸੋ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਬਾਰੇ ਆਪਾਂ ਆਲਰੇਡੀ ਬਹੁਤ ਹੀ ਡਿਟੇਲ ਵੇ ਦੇ ਵਿੱਚ ਪੜ੍ਹ ਚੁੱਕੇ ਹਾਂ। 368 ਅਕੋਰਡਿੰਗ ਆਪਣੀ ਅਮੈਂਡਮੈਂਟ ਪਾਸ ਕੀਤੀ ਜਾਂਦੀ, ਉਹਦੇ ਬਾਰੇ ਆਪਾਂ ਸਾਰਾ ਡਿਟੇਲ ਦੇ ਵਿੱਚ ਪੜ੍ਹ ਚੁੱਕੇ ਹਾਂ, ਠੀਕ ਹੈ। ਸੋ ਜੋ ਸਭ ਤੋਂ ਇੰਪੋਰਟੈਂਟ ਬਿੱਲ ਹੈਗਾ ਉਹ ਹੈਗਾ ਮਨੀ ਬਿੱਲ। ਸੋ ਮਨੀ ਬਿੱਲ ਬਾਰੇ ਆਪਾਂ ਪੜ੍ਹਾਂਗੇ ਡਿਟੇਲ ਵੇ ਦੇ ਵਿੱਚ। ਤੁਹਾਡੇ ਮੋਸਟ ਆਫ ਦੀ ਜੋ ਕੁਐਸਚਨ ਪੁੱਛੇ ਜਾਂਦੇ ਹੁੰਦੇ ਆ ਮਨੀ ਬਿੱਲ ਦੇ ਵਿੱਚ ਪੁੱਛੇ ਜਾਂਦੇ ਆ। ਜੋ ਕੁਐਸਚਨ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ 'ਚ ਪੁੱਛੇ ਜਾਣਗੇ ਉਹ ਤੁਹਾਨੂੰ ਮੈਂ ਦੱਸ ਦੂੰਗਾ, ਠੀਕ ਹੈ। ਬਾਕੀ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਸਿਰਫ ਹੀ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਹੀ ਇੰਟਰੋਡਿਊਸ ਕੀਤੇ ਜਾਂਦੇ ਹੁੰਦੇ ਆ। ਜੋ ਮਤਲਬ ਇੰਪੋਰਟੈਂਟ ਪੁਆਇੰਟ ਹੈਗਾ, ਆਪਣੀ ਜਿਹੜੇ ਅਸੈਂਬਲੀਜ਼ ਹੈਗੀਆਂ, ਸਟੇਟ ਦੀਆਂ ਅਸੈਂਬਲੀਜ਼ ਹੈਗੀਆਂ, ਉੱਥੇ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਇੰਟਰੋਡਿਊਸ ਨਹੀਂ ਕੀਤੇ ਜਾਂਦੇ ਹੁੰਦੇ। ਦੂਜੀ ਗੱਲ ਇਹ ਹੈਗੀ ਹੈ, ਜਿਹੜਾ ਮਨੀ ਬਿੱਲ ਹੈਗਾ ਉਹ ਆਪਣੀ ਲੋਕ ਸਭਾ ਦੇ ਵਿੱਚ ਹੀ ਇੰਟਰੋਡਿਊਸ ਕੀਤਾ ਜਾ ਸਕਦਾ, ਰਾਜ ਸਭਾ ਦੇ ਵਿੱਚ ਇੰਟਰੋਡਿਊਸ ਨਹੀਂ ਕੀਤਾ ਜਾ ਸਕਦਾ, ਠੀਕ ਹੈ। ਬਾਕੀ ਜਿਹੜੇ ਆਪਣੇ ਆਰਡੀਨਰੀ ਬਿੱਲ ਹੈਗੇ ਆ ਉਹ ਲੋਕ ਸਭਾ ਵਿੱਚ ਵੀ ਇੰਟਰੋਡਿਊਸ ਕੀਤੇ ਜਾ ਸਕਦੇ ਆ, ਰਾਜ ਸਭਾ ਦੇ ਵਿੱਚ ਵੀ ਇੰਟਰੋਡਿਊਸ ਕੀਤੇ ਜਾ ਸਕਦੇ ਆ, ਠੀਕ ਹੈ। ਅਤੇ ਫਾਈਨੈਂਸ਼ੀਅਲ ਬਿੱਲ ਇੰਨੇ ਜ਼ਿਆਦਾ ਇੰਪੋਰਟੈਂਟ ਹੈ ਨਹੀਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਅਤੇ ਹੁਣ ਤੁਹਾਨੂੰ ਥੋੜ੍ਹਾ ਰਿਪੀਟ ਕਰ ਦੇਣਾ, ਜਿਹੜੇ ਆਪਣੇ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਹੁੰਦੇ ਆ ਉਹ ਰਾਜ ਸਭਾ 'ਚ ਵੀ ਇੰਟਰੋਡਿਊਸ ਕੀਤੇ ਜਾ ਸਕਦੇ ਆ, ਲੋਕ ਸਭਾ 'ਚ ਵੀ ਇੰਟਰੋਡਿਊਸ ਕੀਤੇ ਜਾ ਸਕਦੇ ਆ, ਪਰ ਸਟੇਟ ਅਸੈਂਬਲੀਜ਼ ਦੇ ਵਿੱਚ ਇੰਟਰੋਡਿਊਸ ਨਹੀਂ ਕੀਤੇ ਜਾ ਸਕਦੇ, ਠੀਕ ਹੈ। ਪਰ ਜਿਹੜੇ ਮਨੀ ਬਿੱਲ ਹੁੰਦੇ ਆ ਉਹ ਸਿਰਫ ਲੋਕ ਸਭਾ ਦੇ ਵਿੱਚ ਹੀ ਇੰਟਰੋਡਿਊਸ ਕੀਤੇ ਜਾਂਦੇ ਹੁੰਦੇ ਆ, ਠੀਕ ਹੈ। ਜਿਹੜੇ ਸੈਂਟਰ ਦੇ ਮਨੀ ਬਿੱਲ ਹੁੰਦੇ ਆ, ਜਿਹੜੇ ਸਟੇਟਾਂ ਦੇ ਮਨੀ ਬਿੱਲ ਹੁੰਦੇ ਆ ਉਹ ਅਸੈਂਬਲੀਜ਼ ਦੇ ਵਿੱਚ ਹੁੰਦੇ ਆ, ਠੀਕ ਹੈ। ਅਤੇ ਜਿਹੜੇ ਆਪਣੇ ਆਰਡੀਨਰੀ ਬਿੱਲ ਹੁੰਦੇ ਆ ਉਹ ਵੀ ਈਦਰ ਹਾਊਸ ਆਫ ਦੀ ਪਾਰਲੀਮੈਂਟ ਦੇ ਵਿੱਚ ਇੰਟਰੋਡਿਊਸ ਕੀਤੇ ਜਾ ਸਕਦੇ ਹੁੰਦੇ ਆ। ਸੋ ਇਹ ਕੁਛ ਇੰਪੋਰਟੈਂਟ ਗੱਲਾਂ ਸੀਗੀਆਂ। ਜਦੋਂ ਵੀ ਤੁਸੀਂ ਲੈਕਚਰ ਸੁਣ ਰਹੇ ਹੋ ਕਾਪੀ ਪੈਨ ਕੋਲ ਰੱਖ ਲੈਣਾ, ਜੋ ਐਕਸਟਰਾ ਗੱਲਾਂ ਦੱਸਦੇ ਆ ਤੁਸੀਂ ਉੱਥੇ ਕਰ ਸਕਦੇ ਹੋ, ਠੀਕ ਹੈ। ਹੋਪਫੁਲੀ ਤੁਹਾਨੂੰ ਲੈਕਚਰਸ ਵੀ ਵਧੀਆ ਲੱਗ ਰਹੇ ਹੋਣਗੇ ਅਤੇ ਰਿਵਿਊਜ਼ ਵੀ ਬਹੁਤ ਵਧੀਆ ਆ ਰਹੇ ਆ ਕਿ ਤੁਹਾਨੂੰ ਕਿੱਦਾਂ ਦੇ ਲੱਗ ਰਹੇ ਆ ਲੈਕਚਰਸ। ਬਾਕੀ ਤੁਸੀਂ ਹੋਰ ਵੀ ਮੈਨੂੰ ਦੱਸਦੇ ਰਹਿਣਾ ਇੰਸਟਾਗ੍ਰਾਮ 'ਤੇ, ਜਿਵੇਂ ਤੁਹਾਨੂੰ ਪਤਾ ਅੱਗੇ ਵੀ ਬਹੁਤ ਸਾਰੇ ਰਿਵਿਊਜ਼ ਆਉਂਦੇ ਆ, ਤੁਸੀਂ ਵੀ ਆਪਣੇ ਰਿਵਿਊਜ਼ ਜ਼ਰੂਰ ਦੇਣੇ ਆ, ਠੀਕ ਹੈ। ਸੋ ਆਪਾਂ ਪੜ੍ਹਦੇ ਹਾਂ ਅੱਗੇ, ਸਿਰਫ ਪੜ੍ਹਾਂਗੇ ਆਪਾਂ ਮਨੀ ਬਿੱਲ ਬਾਰੇ, ਠੀਕ ਹੈ। ਬਾਕੀ ਜਿਹੜੀਆਂ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਬਾਰੇ ਗੱਲਾਂ ਹੈਗੀਆਂ ਉਹ ਤੁਹਾਨੂੰ ਮੈਂ ਸਮਝਾ ਚੁੱਕਿਆ ਆਲਰੇਡੀ, ਠੀਕ ਹੈ। ਸੋ ਮਨੀ ਬਿੱਲ ਆਪਣੇ 110 ਨੰਬਰ ਜਿਹੜਾ ਆਰਟੀਕਲ ਹੈਗਾ ਆਪਣੇ ਸੰਵਿਧਾਨ ਦਾ, ਉਹਦੇ ਵਿੱਚ ਮੈਂਸ਼ਨ ਕੀਤਾ ਹੋਇਆ, ਉਹਦੇ ਵਿੱਚ ਦੱਸਿਆ ਗਿਆ ਮਨੀ ਬਿੱਲ ਦੇ ਵਿੱਚ ਕੀ ਕੀ ਚੀਜ਼ਾਂ ਆਉਂਦੀਆਂ, ਠੀਕ ਹੈ ਜੀ। ਸੋ ਆਰਟੀਕਲ 1110 ਆਫ ਦਾ ਕੌਨਸਟੀਟਿਊਸ਼ਨ ਡੀਲ ਵਿਦ ਦਾ ਡੈਫੀਨੇਸ਼ਨ ਆਫ ਮਨੀ ਬਿੱਲ। ਸੋ ਮਨੀ ਬਿੱਲ ਦੇ ਵਿੱਚ ਕੀ ਚੀਜ਼ਾਂ ਆਉਂਦੀਆਂ। ਇਫ it states that a bill deemed to be money bill if it's contain only provision dealing with all or any of the following matters। ਸੋ ਕੁਛ ਮੈਟਰ ਦਿੱਤੇ ਹੋਏ ਆ ਮਨੀ ਬਿੱਲ ਦੇ ਰਿਗਾਰਡਿੰਗ, ਅਗਰ ਉਹਦੇ ਰਿਲੇਟਿਡ ਕੁਝ ਚੀਜ਼ਾਂ ਹੋਣਗੀਆਂ ਤਾਂ ਹੀ ਉਹ ਬਿੱਲ ਮਨੀ ਬਿੱਲ ਕੰਸੀਡਰ ਕੀਤਾ ਜਾਊਗਾ, ਅਦਰਵਾਈਜ਼ ਉਹ ਬਿੱਲ ਆਰਡੀਨਰੀ ਬਿੱਲ ਜਾਂ ਕਹਿ ਸਕਦੇ ਹਾਂ ਜੋ ਵੀ ਹੋਰ ਤਰ੍ਹਾਂ ਦੇ ਜਿਹੜੀਆਂ ਟਾਈਪਸ ਹੈਗੇ ਉਹਦੇ ਵਿੱਚ
ਕੈਟਾਗਰਾਈਜ਼ ਕਰ ਦਿੱਤਾ ਜਾਊਗਾ। ਠੀਕ ਹੈ, ਸੋ ਜਿਹੜੀਆਂ ਗੱਲਾਂ ਹੈਗੀਆਂ ਆਪਾਂ ਨੂੰ ਯਾਦ ਹੋਣੀਆਂ ਜ਼ਰੂਰੀ ਹੈਗੀਆਂ। ਸਪੈਸੀਫਿਕਲੀ ਜਿਹੜਾ ਆਪਣਾ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਆਉਣ ਵਾਲਾ ਉਹਦੇ ਲਈ ਆਪਾਂ ਨੂੰ ਜ਼ਰੂਰੀ ਹੈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮਨੀ ਬਿੱਲ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ। ਠੀਕ ਹੈ, ਸੋ ਦਾ ਇੰਪੋਜੀਸ਼ਨ, abolition, remission, alteration and the regulation of any tax, the regulation of borrowing of money by the union government। ਸੋ ਜਿਹੜਾ ਆਪਣਾ ਟੈਕਸ ਕਿਸੇ 'ਤੇ ਲਾਉਣਾ ਹੈ, ਘਟਾਉਣਾ ਹੈ ਜਾਂ ਉਹਨੂੰ ਖਾਰਿਜ ਕਰਨਾ ਹੈ, ਇਹਦੇ ਨਾਲ ਰਿਲੇਟਡ ਹੋਵੇ। ਠੀਕ ਹੈ ਜੀ, ਜਾਂ ਯੂਨੀਅਨ ਗੌਰਮੈਂਟ ਨੇ ਕਿਸੇ ਤੋਂ ਮਨੀ ਬੋਰੋ ਕਰਨੀ ਹੈ ਉਹਦੇ ਨਾਲ ਰਿਲੇਟਡ ਹੋਵੇ, ਉਹ ਵੀ ਮਨੀ ਬਿੱਲ ਦੇ ਅੰਡਰ ਆਊਗਾ। ਤੀਜੀ ਆ ਜਾਂਦਾ the custody of the contingency fund of India, consolidated fund of India, the payment of the money into withdrawal of money from any such fund। ਸੋ ਜਿਹੜੇ ਆਪਣੇ ਫੰਡ ਬਣਾਏ ਗਏ, ਤੁਹਾਨੂੰ ਪਤਾ ਵੀ 3 ਤਰ੍ਹਾਂ ਦੇ ਫੰਡ ਹੁੰਦੇ। ਇੱਕ ਹੁੰਦਾ ਕੰਸੋਲੀਡੇਟਿਡ ਫੰਡ ਆਫ ਇੰਡੀਆ, ਇੱਕ ਹੁੰਦਾ ਪਬਲਿਕ ਅਕਾਊਂਟ ਆਫ ਇੰਡੀਆ, ਇੱਕ ਹੁੰਦਾ ਕੰਟੀਜੈਂਸੀ ਫੰਡ ਆਫ ਇੰਡੀਆ। ਸੋ ਅਗਰ ਆਪਾਂ ਕੰਸੋਲੀਡੇਟਿਡ ਫੰਡ ਆਫ ਇੰਡੀਆ ਜਾਂ ਕੰਟੀਜੈਂਸੀ ਫੰਡ ਆਫ ਇੰਡੀਆ ਦੇ ਵਿੱਚੋਂ ਪੈਸਾ ਲੈਣਾ ਤਾਂ ਮਨੀ ਬਿੱਲ ਦੇ ਅੰਡਰ ਹੀ ਆਊਗਾ। ਸੋ ਬਹੁਤ ਇੰਪੋਰਟੈਂਟ ਹੈਗਾ ਇੱਥੇ, ਜਿਹੜਾ ਪਬਲਿਕ ਅਕਾਊਂਟ ਹੈਗਾ ਉਹ ਮਨੀ ਬਿੱਲ ਦੇ ਅੰਡਰ ਨਹੀਂ ਆਉਂਦਾ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਠੀਕ ਹੈ, ਦ ਐਪਰੋਪ੍ਰੀਏਸ਼ਨ ਆਫ ਮਨੀ ਆਊਟ ਆਫ ਦਾ ਕੰਸੋਲੀਡੇਟਿਡ ਫੰਡ ਆਫ ਇੰਡੀਆ। ਸੋ ਕੋਈ ਪੈਸੇ ਕਢਾਉਣੇ ਆ ਕੰਸੋਲੀਡੇਟਿਡ ਫੰਡ ਆਫ ਇੰਡੀਆ ਦੇ ਵਿੱਚੋਂ, ਇਹ ਵੀ ਮਨੀ ਬਿੱਲ ਦੀ ਹੀ ਪ੍ਰੋਵੀਜ਼ਨ ਹੈਗੀ ਹੈ। ਸੋ ਆਪਾਂ ਨੈਕਸਟ ਮੂਵ ਕਰਦੇ ਹਾਂ, ਹੋਰ ਕੀ ਆਪਣੇ ਲਈ ਰੈਲੇਵੈਂਟ ਹੈਗਾ। ਸੋ ਨੈਕਸਟ ਹੈਗਾ ਡੈਕਲੇਰੇਸ਼ਨ ਆਫ ਐਨੀ ਐਕਸਪੈਂਡੀਚਰ ਚਾਰਜ ਔਨ ਦੀ ਕੰਸੋਲੀਡੇਟਿਡ ਫੰਡ ਆਫ ਇੰਡੀਆ ਇਨਕਰੀਜ਼ਿੰਗ ਦਾ ਅਮਾਊਂਟ ਆਫ ਸੱਚ ਐਕਸਪੈਂਡੀਚਰ। ਸੋ ਕੋਈ ਵੀ ਇਹੋ ਜਿਹਾ ਐਕਸਪੈਂਡੀਚਰ ਹੈਗਾ ਜੋ ਚਾਰਜ ਹੈਗਾ ਕੰਸੋਲੀਡੇਟਿਡ ਫੰਡ ਆਫ ਇੰਡੀਆ 'ਤੇ, ਉਹਨੂੰ ਵੀ ਇਹਦੇ ਵਿੱਚ ਲਿਆ ਜਾਂਦਾ। ਚਾਰਜ ਦਾ ਮਤਲਬ ਕੀ ਹੁੰਦਾ ਵੀ ਉਸ ਐਕਸਪੈਂਡੀਚਰ ਨੂੰ ਘਟਾਇਆ ਨਹੀਂ ਜਾ ਸਕਦਾ ਹੁੰਦਾ। ਜਿਵੇਂ ਕਿ ਆਪਣੇ ਸੁਪਰੀਮ ਕੋਰਟ ਦੀ ਜੱਜ ਦੀਆਂ ਸੈਲਰੀਜ਼ ਹੈਗੀਆਂ, ਸਪੀਕਰ ਆਫ ਲੋਕ ਸਭਾ ਦੀ ਸੈਲਰੀਜ਼ ਹੈਗੀਆਂ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸੈਲਰੀਜ਼ ਹੈਗੀਆਂ। ਸੋ ਇਹ ਚਾਰਜ ਹੈਗੀਆਂ, ਇਹਨਾਂ ਨੂੰ ਘਟਾਇਆ ਨਹੀਂ ਜਾ ਸਕਦਾ ਹੁੰਦਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਕੁਛ 2-3 ਮੈਟਰ ਹੋਰ ਵੀ ਅੱਗੇ ਹੈਗੇ ਆ, ਸੋ ਇਹਨਾਂ ਨੂੰ ਪੜ੍ਹ ਲੈਣਾ ਜਦੋਂ ਤੁਹਾਨੂੰ ਨੋਟਸ ਮਿਲਣਗੇ। ਦ ਰਿਸਿਪਟ ਆਫ ਦਾ ਮਨੀ ਅਕਾਊਂਟ ਔਨ ਦਾ ਕੰਸੋਲੀਡੇਟਿਡ ਫੰਡ ਆਫ ਇੰਡੀਆ, ਦਾ ਪਬਲਿਕ ਅਕਾਊਂਟ ਆਫ ਇੰਡੀਆ ਔਰ ਦਾ ਕਸਟੋਡੀ ਆਫ ਇਸ਼ੂ ਆਫ ਸੱਚ ਮਨੀ, ਦਾ ਆਡਿਟ ਆਫ ਦਾ ਅਕਾਊਂਟ ਆਫ ਯੂਨੀਅਨ ਔਰ ਸਟੇਟ। ਸੋ ਇਹ ਸਾਰੀਆਂ ਗੱਲਾਂ ਕਿਹਦੇ ਨਾਲ ਡੀਲ ਕਰਦੀਆਂ, ਮਨੀ ਬਿੱਲ ਦੇ ਨਾਲ ਡੀਲ ਕਰਦੀਆਂ। ਸੋ ਮੋਟੀਆਂ ਗੱਲਾਂ ਤੁਸੀਂ ਜੋ ਮੈਂ ਤੁਹਾਨੂੰ ਸਮਝਾ ਚੁੱਕਿਆ ਉਹ ਤੁਸੀਂ ਯਾਦ ਰੱਖਣੀ ਹੈ, ਕਿਉਂਕਿ ਇਹੀ ਐਗਜ਼ਾਮ ਪੁਆਇੰਟ ਆਫ ਵੀ ਤੋਂ ਇੰਪੋਰਟੈਂਟ ਹੈਗੀ ਹੈ। ਠੀਕ ਹੈ, ਇਹ ਸਿਰਫ ਜਿਹੜੇ ਨਾਇਬ ਤਹਿਸੀਲਦਾਰ ਦੇ ਬੱਚੇ ਹੈਗੇ ਉਹੀ ਜਾਂ PPSC ਐਸਪੀਰੈਂਟ ਹੈਗੇ ਉਹੀ ਇਹਨੂੰ ਚੀਜ਼ ਨੂੰ ਪੜ੍ਹਨ। ਅਦਰਵਾਈਜ਼ ਜਿਹੜੇ ਆਪਣੇ ਗਰੁੱਪ C ਦਾ ਕੋਈ ਵੀ ਐਗਜ਼ਾਮ ਹੈਗਾ ਉਹਦੇ ਲਈ ਰੈਲੇਵੈਂਟ ਨਹੀਂ ਹੈਗਾ ਜਿਹੜਾ ਆਪਾਂ ਮਨੀ ਬਿੱਲ ਦੀ ਡਿਸਕ੍ਰਿਪਸ਼ਨ ਦਿੱਤੀ ਹੈ। ਮਤਲਬ ਮਨੀ ਬਿੱਲ ਦੇ ਵਿੱਚ ਕੀ ਚੀਜ਼ਾਂ ਆਉਂਦੀਆਂ, ਸਿਰਫ ਨਾਇਬ ਤਹਿਸੀਲਦਾਰ ਜਾਂ PPSC ਦੇ ਬੱਚੇ ਹੀ ਇਹਨੂੰ ਪੜ੍ਹਨ। ਮੈਂ ਤੁਹਾਨੂੰ ਮਿਸਗਾਈਡ ਨਹੀਂ ਕਰਨਾ ਚਾਹੁੰਦਾ। ਗਰੁੱਪ C ਦੇ ਜਿੰਨੇ ਵੀ ਪੋਸਟ ਹੈ ਉਹਦੇ ਲਈ ਇਹ ਰੈਲੇਵੈਂਟ ਹੈ ਨਹੀਂਗਾ। ਠੀਕ ਹੈ, ਸੋ ਜੋ ਚੀਜ਼ਾਂ ਰੈਲੇਵੈਂਟ ਹੈਗੀਆਂ ਮੈਂ ਤੁਹਾਨੂੰ ਦੱਸੀ ਜਾਊਂਗਾ ਕੀ ਹੈਗਾ। ਠੀਕ ਹੈ, ਸੋ ਜਿਹੜੇ ਆਪਣਾ ਮਨੀ ਬਿੱਲ ਪਾਸ ਹੁੰਦਾ ਉਹਦੇ ਲਈ ਇੱਕ ਸਰਟਨ ਪ੍ਰੋਸੀਜਰ ਬਣਾਇਆ ਗਿਆ ਪਾਰਲੀਮੈਂਟ ਦੇ ਵਿੱਚ। ਤਾਂ ਉਹ ਪ੍ਰੋਸੀਜਰ ਨੂੰ ਪੜ੍ਹਦੇ ਆ ਕਿਉਂਕਿ ਆਪਣੇ ਐਗਜ਼ਾਮ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਇਹ ਮਨੀ ਬਿੱਲ ਕੈਨ ਓਨਲੀ ਬੀ ਇੰਟਰੋਡਿਊਸ ਇਨ ਦ ਲੋਕ ਸਭਾ ਐਂਡ ਦੈਟ ਟੂ ਔਨ ਦ ਰეკਮੈਂਡੇਸ਼ਨ ਆਫ ਦ ਪ੍ਰੈਜ਼ੀਡੈਂਟ। ਬਹੁਤ ਇੰਪੋਰਟੈਂਟ ਹੈਗਾ ਵੀ ਜਿਹੜਾ ਮਨੀ ਬਿੱਲ ਹੈਗਾ ਸਿਰਫ ਲੋਕ ਸਭਾ ਦੇ ਵਿੱਚ ਇੰਟਰੋਡਿਊਸ ਕੀਤਾ ਜਾ ਸਕਦਾ ਹੈ, ਅਤੇ ਅਗਰ ਪ੍ਰੈਜ਼ੀਡੈਂਟ ਰეკਮੈਂਡ ਕਰੂਗਾ ਤਾਂ ਹੀ ਇਹਨੂੰ ਇੰਟਰੋਡਿਊਸ ਕੀਤਾ ਜਾਊਗਾ। ਅਦਰਵਾਈਜ਼ ਮਨੀ ਬਿੱਲ ਲੋਕ ਸਭਾ ਦੇ ਵਿੱਚ ਇੰਟਰੋਡਿਊਸ ਨਹੀਂ ਕੀਤਾ ਜਾਊਗਾ। ਠੀਕ ਹੈ, ਸੈਕਿੰਡ ਮੋਸਟ ਇੰਪੋਰਟੈਂਟ ਪੁਆਇੰਟ, every such bill is considered to be by government bill and can be introduced only by minister। ਬਹੁਤ ਇੰਪੋਰਟੈਂਟ ਪੁਆਇੰਟ ਹੈ। ਹੁਣ ਇਹਦੇ ਵਿੱਚ ਕੀ ਸਭ ਤੋਂ ਇੰਪੋਰਟੈਂਟ ਹੈਗਾ ਵੀ ਜਿਹੜਾ ਮਨੀ ਬਿੱਲ ਹੈਗਾ ਉਹ ਸਿਰਫ ਮਿਨਿਸਟਰ ਦੁਆਰਾ ਹੀ ਇੰਟਰੋਡਿਊਸ ਕੀਤਾ ਜਾ ਸਕਦਾ। ਹੁਣ ਮਿਨਿਸਟਰਸ ਅਤੇ MPs ਦੇ ਵਿੱਚ ਮੈਂ ਤੁਹਾਨੂੰ ਡਿਫਰੈਂਸ ਦੁਆਰਾ ਨਹੀਂ ਕਰਾਉਣ ਵਾਲਾ, ਕਿਉਂਕਿ ਪ੍ਰੀਵੀਅਸ ਲੈਕਚਰ ਦੇ ਵਿੱਚ ਬਹੁਤ ਹੀ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਇਆ ਵੀ ਮਿਨਿਸਟਰ ਕੀ ਹੁੰਦਾ ਅਤੇ ਇੱਕ ਸਿੰਪਲ ਜਾਂ ਮਤਲਬ MP ਦੇ ਵਿੱਚ ਕੀ ਡਿਫਰੈਂਸ ਹੁੰਦਾ। ਸੋ ਪ੍ਰੀਵੀਅਸ ਲੈਕਚਰ ਜਿਹਨੇ ਨਹੀਂ ਵੇਖੇ ਜਾ ਕੇ ਜ਼ਰੂਰ ਵੇਖੋ, ਬਹੁਤ ਹੀ ਇੰਪੋਰਟੈਂਟ ਹੈਗਾ। Every such bill to be considered to be a government bill and can be introduced only by minister. After a money bill passed by the Lok Sabha, it is transmitted to the Rajya Sabha for its consideration। ਬਹੁਤ ਇੰਪੋਰਟੈਂਟ ਹੈਗਾ। ਸੋ ਜਦੋਂ ਲੋਕ ਸਭਾ ਦੇ ਵਿੱਚ ਹੀ ਇੰਟਰੋਡਿਊਸ ਕੀਤਾ ਜਾ ਸਕਦਾ ਇਸ ਬਿੱਲ ਨੂੰ, ਅਤੇ ਜਦੋਂ ਲੋਕ ਸਭਾ ਦੇ ਵਿੱਚ ਇਹ ਬਿੱਲ ਪਾਸ ਹੋ ਜਾਂਦਾ ਤਾਂ ਅੱਗੇ ਰਾਜ ਸਭਾ ਦੇ ਵਿੱਚ ਟਰਾਂਸਮਿਟ ਕੀਤਾ ਜਾਂਦਾ ਹੁੰਦਾ। ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈਗੀ ਆ ਵੀ ਇਹ ਬਿੱਲ, ਸਭ ਤੋਂ ਇੰਪੋਰਟੈਂਟ ਪੁਆਇੰਟ ਕੀ ਹੈਗੀ ਹੈ ਸਲਾਈਡ ਦੇ ਵਿੱਚ, ਤਾਂ ਜਿਹੜਾ ਬਿੱਲ ਹੈਗਾ ਸਿਰਫ ਲੋਕ ਸਭਾ ਦੇ ਵਿੱਚ ਹੀ ਇੰਟਰੋਡਿਊਸ ਕੀਤਾ ਜਾ ਸਕਦਾ ਹੈ, ਉਹ ਵੀ ਆਪਣੇ ਪ੍ਰੈਜ਼ੀਡੈਂਟ ਦੀ ਰੈਕਮੈਂਡੇਸ਼ਨ 'ਤੇ। ਠੀਕ ਹੈ ਜੀ, ਸੋ ਨੈਕਸਟ ਪੁਆਇੰਟ ਜੋ ਹੈਗਾ ਸਭ ਤੋਂ ਇੰਪੋਰਟੈਂਟ ਹੈਗਾ, ਜਦੋਂ ਲੋਕ ਸਭਾ ਦੁਆਰਾ ਰਾਜ ਸਭਾ ਨੂੰ ਇਹ ਬਿੱਲ ਭੇਜਿਆ ਜਾਂਦਾ ਹੁੰਦਾ ਤਾਂ ਰਾਜ ਸਭਾ ਕਦੀ ਵੀ ਇਸ ਬਿੱਲ ਨੂੰ ਰਿਜੈਕਟ ਨਹੀਂ ਕਰ ਸਕਦੀ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ। ਅਤੇ ਇਟ ਮਸਟ ਰਿਟਰਨ ਦਾ ਬਿੱਲ ਟੂ ਦ ਲੋਕ ਸਭਾ ਵਿਦਿਨ 14 days ਵੈਦਰ ਵਿਦ ਔਰ ਵਿਦਾਊਟ ਰੈਕਮੈਂਡੇਸ਼ਨ। ਬਹੁਤ ਇੰਪੋਰਟੈਂਟ ਹੈਗਾ ਇਹ। ਹੁਣ ਗਰੁੱਪ C ਲਈ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਜਦੋਂ ਮਨੀ ਬਿੱਲ ਇੱਕ ਵਾਰੀ ਪਾਸ ਕਰ ਦਿੱਤਾ ਜਾਂਦਾ ਹੁੰਦਾ ਲੋਕ ਸਭਾ ਦੁਆਰਾ ਤਾਂ ਰਾਜ ਸਭਾ ਨੂੰ ਭੇਜਿਆ ਜਾਂਦਾ ਹੁੰਦਾ, ਤਾਂ ਰਾਜ ਸਭਾ ਨੂੰ ਜਾਂ ਤਾਂ ਬਿੱਲ ਪਾਸ ਕਰਦੇ, ਠੀਕ ਹੈ ਜੀ, ਭਾਵੇਂ ਉਹ ਰੈਕਮੈਂਡੇਸ਼ਨ ਦੇਵੇ ਭਾਵੇਂ ਨਾ ਦੇਵੇ, ਉਹਨੂੰ 14 ਦਿਨਾਂ ਦੇ ਵਿੱਚ ਉਹ ਬਿੱਲ ਵਾਪਿਸ ਕਰਨਾ ਹੀ ਪੈਂਦਾ ਹੈ।
ਭਾਵੇਂ ਉਹਨੂੰ ਮਨੀ ਬਿੱਲ ਦੀਆਂ ਚੀਜ਼ਾਂ ਪਸੰਦ ਆਈਆਂ ਭਾਵੇਂ ਨਹੀਂ ਆਈਆਂ, ਉਹਨੂੰ 14 ਦਿਨਾਂ ਦੇ ਵਿੱਚ ਉਹ ਬਿੱਲ ਵਾਪਸ ਕਰਨਾ ਪੈਂਦਾ ਹੈ। ਹੁਣ ਜਿਹੜੀਆਂ ਰੈਕਮੈਂਡੇਸ਼ਨ ਸਪੋਜ਼ ਕਰੋ ਰਾਜ ਸਭਾ ਨੇ ਦੇਤੀਆਂ ਲੋਕ ਸਭਾ ਨੂੰ ਵੀ ਹਾਂ ਅਸੀਂ ਇਹ ਚੀਜ਼ਾਂ ਚਾਹੁੰਦੇ ਹਾਂ, ਇਹ ਬਦਲਾਵ ਚਾਹੁੰਦੇ ਹਾਂ ਮਨੀ ਬਿੱਲ ਦੇ ਵਿੱਚ, ਅੱਗੇ ਹੁਣ ਲੋਕ ਸਭਾ ਦੀ ਮਰਜ਼ੀ ਹੈਗੀ ਹੈ ਵੀ ਉਹ ਰੈਕਮੈਂਡੇਸ਼ਨ ਨੂੰ ਮੰਨੇ ਚਾਹੇ ਨਾ ਮੰਨੇ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ ਇੱਥੇ। ਹੁਣ ਸਪੋਜ਼ ਕਰ ਲਓ ਹੁਣ ਲੋਕ ਸਭਾ ਚਾਹੁੰਦੀ ਹੈ ਵੀ ਮੈਂ 1 ਲੱਖ ਕਰੋੜ ਰੁਪਇਆ ਮੈਂ ਮਨਰੇਗਾ ਸਕੀਮ 'ਤੇ ਲਾਉਣਾ ਚਾਹੁੰਦਾ, ਅਤੇ ਪਰ ਜਿਹੜੀ ਰਾਜ ਸਭਾ ਹੈਗੀ ਐਗਰੀ ਨਹੀਂ ਕਰਦੀ ਐ ਸੀ, ਅਤੇ ਉਹ ਚਾਹੁੰਦੀ ਹੈ ਵੀ ਮਨਰੇਗਾ 'ਤੇ ਨਾ ਲਾਇਆ ਜਾਵੇ ਪਰ ਕਿਸੇ ਹੋਰ ਸਕੀਮ 'ਤੇ ਲਾ ਦਿੱਤਾ ਜਾਵੇ, ਜਿਵੇਂ ਕਿ ਬੇਟੀ ਬਚਾਓ ਬੇਟੀ ਪੜ੍ਹਾਓ 'ਤੇ ਲਾ ਦਿੱਤਾ ਜਾਵੇ। ਹੁਣ ਅੱਗੇ ਲੋਕ ਸਭਾ ਦੀ ਮਰਜ਼ੀ ਹੈਗੀ ਹੈ ਵੀ ਰਾਜ ਸਭਾ ਦੀ ਰੈਕਮੈਂਡੇਸ਼ਨ ਨੂੰ ਮੰਨੇ ਭਾਵੇਂ ਨਾ ਮੰਨੇ। ਹੁਣ ਅਗਰ ਨਹੀਂ ਵੀ ਮੰਨਦੀ ਤਾਂ ਵੀ ਬਿੱਲ ਪਾਸ ਕੰਸੀਡਰ ਕੀਤਾ ਜਾਊਗਾ। ਇੱਦਾਂ ਨਹੀਂ ਹੁੰਦਾ ਵੀ ਹਾਂ ਰਾਜ ਸਭਾ ਨੇ ਕਹਿ ਤਾ ਵੀ ਹਾਂ ਇੱਦਾਂ ਹੋਣਾ ਚਾਹੀਦਾ ਤਾਂ ਉੱਦਾਂ ਨਹੀਂ ਹੋਇਆ ਤਾਂ ਬਿੱਲ ਨਹੀਂ ਪਾਸ ਹੋਊਗਾ, ਇੱਦਾਂ ਨਹੀਂ ਹੁੰਦਾ। ਮਨੀ ਬਿੱਲ ਦੇ ਕੇਸ ਵਿੱਚ ਇੱਦਾਂ ਨਹੀਂ ਹੁੰਦਾ। ਅਗਰ ਰਾਜ ਸਭਾ ਦੀ ਕੋਈ ਗੱਲ ਨਹੀਂ ਮੰਨੀ ਜਾਂਦੀ ਤਾਂ ਵੀ ਬਿੱਲ ਪਾਸ ਹੀ ਕੰਸੀਡਰ ਹੋਊਗਾ। ਸੋ ਸਿੱਧੀ ਜੀ ਗੱਲ ਇਹ ਹੈਗੀ ਹੈ ਰਾਜ ਸਭਾ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੈ ਮਨੀ ਬਿੱਲ ਦੇ ਨਾਲ। ਸੋ ਰਾਜ ਸਭਾ ਭਾਵੇਂ ਮੰਨੇ ਭਾਵੇਂ ਨਾ ਮੰਨੇ, ਉਹਨੂੰ 14 ਦਿਨਾਂ ਦੇ ਵਿੱਚ ਉਹ ਬਿੱਲ ਵਾਪਸ ਹੀ ਕਰਨਾ ਪੈਂਦਾ ਹੈ। ਠੀਕ ਹੈ ਜੀ। ਹੋਰ ਨੈਕਸਟ ਇੰਪੋਰਟੈਂਟ ਪੁਆਇੰਟ ਕੀ ਹੈਗਾ, the Lok Sabha can either or accept or reject all the recommendation of the Rajya Sabha। ਸੋ ਰਾਜ ਸਭਾ ਦੀਆਂ ਰੈਕਮੈਂਡੇਸ਼ਨ ਜਾਂ ਤਾਂ ਸਾਰੀਆਂ ਮੰਨ ਸਕਦੀ ਹੈ ਭਾਵੇਂ ਸਾਰੀਆਂ ਦੀ ਸਾਰੀ ਰਿਜੈਕਟ ਕਰ ਸਕਦੀ ਹੈ, ਉਹ ਲੋਕ ਸਭਾ ਦੀ ਮਰਜ਼ੀ ਹੁੰਦੀ ਹੈ। ਠੀਕ ਹੈ, ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈਗੀ ਆ। ਇਫ ਦ ਲੋਕ ਸਭਾ accept the any recommendation the bill is then deemed to have been passed by the both houses in the modified form। ਸੋ ਅਗਰ ਤਾਂ ਉਹਨਾਂ ਦੀ ਰੈਕਮੈਂਡੇਸ਼ਨ ਰਾਜ ਸਭਾ ਨੇ ਜੋ ਰੈਕਮੈਂਡੇਸ਼ਨ ਦਿੱਤੀਆਂ ਸੀਗੀਆਂ, ਜਿਵੇਂ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਆਪਣਾ ਜਿਹੜਾ ਪੈਸਾ ਹੈ ਡਾਇਵਰਟ ਕਰ ਦਿੰਦੀ ਹੈ ਤਾਂ ਵੀ ਬਿੱਲ ਪਾਸ ਕੰਸੀਡਰ ਕੀਤਾ ਜਾਊਗਾ। ਅਗਰ ਪੈਸਾ ਨਹੀਂ ਕਰਦੀ ਤਾਂ ਵੀ ਪਾਸ ਕੰਸੀਡਰ ਕੀਤਾ ਜਾਊਗਾ। ਠੀਕ ਹੈ ਜੀ। ਜਾਂ ਆਪਣੇ ਵੱਲੋਂ ਕੋਈ ਹੋਰ ਮੋਡੀਫਿਕੇਸ਼ਨ ਕਰਦੀ ਹੈ ਤਾਂ ਵੀ ਪਾਸ ਕੰਸੀਡਰ ਕੀਤਾ ਜਾਊਗਾ। ਸਿੱਧੀ ਜੀ ਗੱਲ ਇਹ ਹੈਗੀ ਹੈ ਵੀ ਰਾਜ ਸਭਾ ਦਾ ਤਾਂ ਇੱਕ ਵਿਖਾਵਾ ਹੀ ਹੈਗਾ ਵੀ ਹਾਂ ਤੁਸੀਂ ਪੜ੍ਹ ਲਓ ਵੀ ਬਿੱਲ, ਹੋਰ ਕੁਛ ਨਹੀਂ ਹੈਗਾ। ਮਨੀ ਬਿੱਲ ਦੇ ਨਾਲ ਰਾਜ ਸਭਾ ਦਾ ਕੁਛ ਵੀ ਲੈਣਾ ਦੇਣਾ ਨਹੀਂ ਹੁੰਦਾ। ਠੀਕ ਹੈ ਜੀ। ਬਸ ਇੱਕ ਵਾਰੀ ਭੇਜਣਾ ਜ਼ਰੂਰ ਹੁੰਦਾ, ਇੱਕ ਕਰਟਸੀ ਹੈਗੀ, ਇੱਕ ਰੂਲ ਹੈਗਾ ਵੀ ਲੋਕ ਸਭਾ ਦੇ ਵਿੱਚ ਜਿਹੜਾ ਮਨੀ ਬਿੱਲ ਪਾਸ ਹੋਇਆ ਉਹ ਰਾਜ ਸਭਾ ਵਿੱਚ ਇੱਕ ਵਾਰੀ ਭੇਜਣਾ ਜ਼ਰੂਰ ਪੈਂਦਾ, ਅਦਰਵਾਈਜ਼ ਉਹਦਾ ਰਾਜ ਸਭਾ ਦਾ ਕੋਈ ਵੀ ਕੰਮ ਹੈ ਨਹੀਂ ਗਾ ਇਹਦੇ ਵਿੱਚ। ਠੀਕ ਹੈ। ਅਤੇ ਰਾਜ ਸਭਾ ਕੋਈ ਵੀ ਰੈਕਮੈਂਡੇਸ਼ਨ ਦਿੰਦੀ ਹੈ, ਕੋਈ ਵੀ ਪ੍ਰਸਤਾਵ ਰੱਖਦੀ ਹੈ, ਆਪਣਾ ਲੋਕ ਸਭਾ ਦੀ ਮਰਜ਼ੀ ਹੈਗੀ ਉਸ ਪ੍ਰਸਤਾਵ ਨੂੰ ਮੰਨੇ ਚਾਹੇ ਨਾ ਮੰਨੇ। ਬਹੁਤ ਇੰਪੋਰਟੈਂਟ ਹੈਗਾ। ਅਤੇ ਰਾਜ ਸਭਾ ਨੂੰ 14 ਦਿਨਾਂ ਦੇ ਵਿੱਚ ਬਿੱਲ ਉਹ ਵਾਪਿਸ ਕਰਨਾ ਹੀ ਪੈਂਦਾ ਹੈ। ਠੀਕ ਹੈ, ਇਹ ਸਭ ਤੋਂ ਇੰਪੋਰਟੈਂਟ ਹੈਗਾ। ਜੋ ਵੀ ਗਰੁੱਪ ਸੀ ਦੇ ਐਸਪੀਰੈਂਟ ਹੈਗੇ ਆ, ਉਹ ਗਰੁੱਪ ਸੀ ਮਤਲਬ ਜਿਹੜੇ ਆਪਣੇ ਪਟਵਾਰੀ ਦੇ ਜਾਂ ਐਗਜ਼ਾਮ ਹੈਗੇ ਆ ਉਹਨਾਂ ਦੇ ਐਸਪੀਰੈਂਟ ਹੈਗੇ ਆ, ਜਾਂ SI ਦੇ ਐਗਜ਼ਾਮ ਦੇ ਐਸਪੀਰੈਂਟ ਹੈਗੇ ਆ, ਉਹਨਾਂ ਲਈ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਵੀ ਜਿਹੜਾ ਲੋਕ ਸਭਾ ਦੁਆਰਾ ਰਾਜ ਸਭਾ ਨੂੰ ਮਨੀ ਬਿੱਲ ਭੇਜਿਆ ਜਾਂਦਾ ਉਹਨੂੰ 14 ਦਿਨਾਂ ਦੇ ਵਿੱਚ ਵਾਪਿਸ ਭੇਜਣਾ ਪੈਂਦਾ ਰਾਜ ਸਭਾ ਨੂੰ ਲੋਕ ਸਭਾ ਕੋਲ। ਬਹੁਤ ਇੰਪੋਰਟੈਂਟ ਹੈਗਾ। ਸੋ ਇਹ ਗੱਲਾਂ ਬਹੁਤ ਇੰਪੋਰਟੈਂਟ ਹੈਗੀਆਂ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ ਇਸ ਟਾਈਮ। ਹੁਣ ਆ ਜਾਂਦੇ ਆਪਾਂ ਜੁਆਇੰਟ ਸਿਟਿੰਗ 'ਤੇ। ਠੀਕ ਹੈ। ਸੋ ਜੁਆਇੰਟ ਸਿਟਿੰਗ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਮੈਨੂੰ ਲੱਗਦਾ ਆਪਾਂ ਪਹਿਲਾਂ ਵੀ ਇੱਕ ਵਾਰੀ ਕਰ ਚੁੱਕੇ ਹਾਂ, ਫਿਰ ਵੀ ਤੁਹਾਨੂੰ ਕੁਛ ਬੱਚਿਆਂ ਦਾ ਡਾਊਟ ਸੀਗਾ ਇਹਦੇ ਵਿੱਚ, ਤਾਂ ਸ਼ਾਇਦ ਆਪਾਂ ਦੁਬਾਰਾ ਕਰ ਰਹੇ ਹਾਂ ਇਸ ਚੀਜ਼ ਨੂੰ। ਜੁਆਇੰਟ ਸਿਟਿੰਗ ਕੀ ਹੁੰਦਾ, ਜਦੋਂ ਦੋ ਹਾਊਸਿਸ ਇਕੱਠੇ ਮਿਲ ਕੇ ਕਿਸੇ ਬਿੱਲ ਉੱਤੇ ਚਰਚਾ ਕਰਦੇ ਹੁੰਦੇ ਆ। ਠੀਕ ਹੈ ਜੀ। ਸੋ ਜੁਆਇੰਟ ਸਿਟਿੰਗ ਕੰਡਕਟ ਕਰਵਾਈ ਜਾਂਦੀ ਹੁੰਦੀ ਹੈ। ਸਪੋਜ਼ ਕਰ ਲਓ ਆਰਡੀਨਰੀ ਬਿੱਲ ਹੈਗਾ, ਕੋਈ ਸਿੰਪਲ ਬਿੱਲ ਹੈਗਾ, ਉਹ ਲੋਕ ਸਭਾ ਦੁਆਰਾ ਪਾਸ ਕੀਤਾ ਜਾਂਦਾ, ਪਰ ਰਾਜ ਸਭਾ ਉਸ ਚੀਜ਼ 'ਤੇ ਮੰਨਦੀ ਨਹੀਂ ਹੈ। ਰਾਜ ਸਭਾ ਚਾਹੁੰਦੀ ਹੈ ਵੀ ਹਾਂ ਵੀ ਸਾਨੂੰ ਇਹ ਚੀਜ਼ਾਂ ਪਸੰਦ ਨਹੀਂ ਗੀਆਂ, ਅਤੇ ਹੁਣ ਕੀ ਹੋਊਗਾ, ਇੱਕ ਡੈਡਲੋਕ ਕ੍ਰੀਏਟ ਹੋ ਗਿਆ। ਠੀਕ ਹੈ ਜੀ। ਹੁਣ ਡੈਡਲੋਕ ਦੇ ਵਿੱਚ ਕੀ ਹੋਊਗਾ, ਦੋਨੇ ਹਾਊਸ ਇੱਕ ਜਗ੍ਹਾ 'ਤੇ ਇਕੱਠੇ ਹੋਣਗੇ ਅਤੇ ਇਕੱਠੇ ਹੋ ਕੇ ਇੱਕ ਜੁਆਇੰਟ ਸਿਟਿੰਗ ਕੰਡਕਟ ਕਰਾਉਣਗੇ ਅਤੇ ਉੱਥੇ ਇੱਕ ਵੋਟਿੰਗ ਹੋਊਗੀ ਤਾਂ ਉੱਥੇ ਬਿੱਲ ਪਾਸ ਕੀਤਾ ਜਾਊਗਾ। ਬਹੁਤ ਇੰਪੋਰਟੈਂਟ ਹੈਗਾ। ਅਤੇ ਜਦੋਂ ਵੀ ਜੁਆਇੰਟ ਸਿਟਿੰਗ ਹੁੰਦੀ ਹੈ ਤਾਂ ਜਿੱਤ ਹਮੇਸ਼ਾ ਲੋਕ ਸਭਾ ਦੀ ਹੀ ਹੁੰਦੀ ਹੈ, ਰਾਜ ਸਭਾ ਦੀ ਜਿੱਤ ਨਹੀਂ ਹੁੰਦੀ। ਠੀਕ ਹੈ। ਕਿਉਂਕਿ ਲੋਕ ਸਭਾ ਦੇ ਵਿੱਚ ਜ਼ਿਆਦਾ ਮੈਂਬਰਸ ਹੈਗੇ ਆ, ਰਾਜ ਸਭਾ ਦੇ ਵਿੱਚ ਘੱਟ ਮੈਂਬਰਸ ਹੈਗੇ ਆ, ਤਾਂ ਜਿਹੜੀ ਵੋਟਿੰਗ ਹੋਊਗੀ ਉਹ ਦੋਨਾਂ ਨੂੰ ਮਿਲਾ ਕੇ ਹੋਊਗੀ। ਸਪੋਜ਼ ਕਰ ਲਓ ਰਾਜ ਸਭਾ ਦੇ ਜਿਵੇਂ ਕਿ 550 ਮੈਂਬਰ ਹੈਗੇ ਆ, ਲੋਕ ਸਭਾ ਦੇ 250 ਮੈਂਬਰ ਹੈਗੇ ਆ, ਤਾਂ ਆਪਣੇ 800 ਮੈਂਬਰ ਬਣ ਜਾਂਦਾ। ਠੀਕ ਹੈ ਜੀ। ਤਾਂ ਜਦੋਂ 800 ਮੈਂਬਰ ਬਣ ਜਾਂਦਾ ਤਾਂ ਉੱਥੇ ਜਿਹੜੀ ਵੋਟਿੰਗ ਚਾਹੀਦੀ ਹੈ ਉਹ ਆਪਾਂ ਨੂੰ 50+1 ਚਾਹੀਦੀ ਹੈ। ਮਤਲਬ ਆਪਾਂ ਨੂੰ ਜਦੋਂ 401 ਮੈਂਬਰ ਕਿਸੇ ਵੀ ਪਾਸੇ ਵੋਟ ਕਰ ਦੇਣਗੇ ਤਾਂ ਪਾਸ ਡਿਕਲੇਅਰ ਕੀਤਾ ਜਾਊਗਾ। ਠੀਕ ਹੈ। ਸੋ ਇਸੇ ਹਿਸਾਬ ਨਾਲ ਲੋਕ ਸਭਾ ਕੋਲ ਜ਼ਿਆਦਾ ਮੈਜੋਰਿਟੀ ਹੁੰਦੀ ਹੈ, ਜ਼ਿਆਦਾ ਸੀਟਸ ਹੁੰਦੀਆਂ, ਤਾਂ ਉੱਥੇ ਜਿਹੜੇ ਚਾਂਸਿਸ ਹੁੰਦੇ ਆ ਲੋਕ ਸਭਾ ਦੇ ਵਿੱਚ ਜਿਹੜੀ ਪਾਰਟੀ ਰੂਲ ਕਰ ਰਹੀ ਹੁੰਦੀ ਹੈ ਉਹਦੇ ਹੀ ਚਾਂਸਿਸ ਹੁੰਦੇ ਜਿੱਤਣ ਦੇ। ਠੀਕ ਹੈ। ਸੋ ਪੜ੍ਹ ਵੀ ਲੈਂਦੇ। ਜੁਆਇੰਟ ਸਿਟਿੰਗ ਐਕਸਟਰਾਆਰਡੀਨਰੀ ਮਸ਼ੀਨਰੀ ਪ੍ਰੋਵਾਈਡਡ ਬਾਈ ਦਾ ਕਨਸਟੀਟਿਊਸ਼ਨ ਰਿਜ਼ੋਲਵ ਡੈਡਲੋਕ ਬਿਟਵੀਨ ਦਾ ਟੂ ਹਾਊਸਿਸ ਓਵਰ ਦਾ ਪਾਸਿਸ। ਹੁਣ ਆਪਾਂ ਨੂੰ ਸਰਟਨ ਕੰਡੀਸ਼ਨ ਦਿੱਤੀਆਂ ਹੋਈਆਂ ਵੀ ਕਦੋਂ
ਜੁਆਇੰਟ ਸਿਟਿੰਗ ਕੰਡਕਟ ਕਰਵਾਈ ਜਾ ਸਕਦੀ ਹੈ। ਇਫ ਦਾ ਬਿੱਲ ਇਜ਼ ਰਿਜੈਕਟਡ ਬਾय द ਅਦਰ ਹਾਊਸ, ਅਗਰ ਰਾਜ ਸਭਾ ਸਿੱਧਾ ਹੀ ਬਿੱਲ ਨੂੰ ਰਿਜੈਕਟ ਕਰ ਦਿੰਦੀ ਹੈ ਤਾਂ ਜੁਆਇੰਟ ਸਿਟਿੰਗ ਕੰਡਕਟ ਕਰਵਾਈ ਜਾ ਸਕਦੀ ਹੈ। ਠੀਕ ਹੈ। ਸੋ ਨੈਕਸਟ ਹੈਗਾ ਇਫ ਦ ਹਾਊਸ ਹੈਵ ਫਾਈਨਲੀ ਡਿਸਐਗਰੀਡ ਐਜ਼ ਟੂ ਅਮੈਂਡਮੈਂਟ ਟੂ ਬੀ ਮੇਡ ਇਨ ਦ ਬਿੱਲ। ਸੋ ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਜਿਹੜੀਆਂ ਅਮੈਂਡਮੈਂਟ ਸੁਜੈਸਟ ਕੀਤੀਆਂ ਸੈਕਿੰਡ ਹਾਊਸ ਨੇ, ਤਾਂ ਜਿਹੜਾ ਮਤਲਬ ਸੈਕਿੰਡ ਹਾਊਸ ਨੇ ਅਮੈਂਡਮੈਂਟ ਸੁਜੈਸਟ ਕੀਤੀਆਂ, ਅਗਰ ਫਸਟ ਹਾਊਸ ਉਹ ਅਮੈਂਡਮੈਂਟ ਨੂੰ ਨਹੀਂ ਮੰਨਦਾ ਤਾਂ ਉਹ ਬਿੱਲ ਪਾਸ ਨਹੀਂ ਕੰਸੀਡਰ ਕੀਤਾ ਜਾਊਗਾ। ਠੀਕ ਹੈ। ਤਾਂ ਉਸ ਸਿਚੁਏਸ਼ਨ ਦੇ ਵਿੱਚ ਇੱਕ ਡੈਡਲੌਕ ਦੀ ਸਿਚੁਏਸ਼ਨ ਆ ਜਾਊਗੀ। ਠੀਕ ਹੈ। ਇਫ ਮੋਰ ਦੈਨ ਦ 6 months ਹੈਵ ਬੀਨ ਇਲੈਪਸਡ ਫॉर ਦ ਡੇਟ ਆਫ ਦ ਰਿਸਿਪਟ ਆਫ ਦ ਬਿੱਲ ਬਾय ਦ ਅਦਰ ਹਾਊਸ ਵਿਦਆਊਟ ਬਿੱਲ ਬੀਇੰਗ ਪਾਸ ਬਾਏ। ਸਪੋਜ਼ ਕਰ ਲਓ ਕੋਈ ਲੋਕ ਸਭਾ ਦੁਆਰਾ ਬਿੱਲ ਪਾਸ ਕੀਤਾ ਜਾਂਦਾ ਹੁੰਦਾ ਹੈ। ਠੀਕ ਹੈ। ਅਤੇ ਉਹ ਰਾਜ ਸਭਾ ਕੋਲ ਭੇਜਿਆ ਜਾਂਦਾ ਹੈ। ਰਾਜ ਸਭਾ ਉਸ ਬਿੱਲ 'ਤੇ 6 ਮਹੀਨੇ ਤੱਕ ਕੋਈ ਵੀ ਡਿਸੀਜ਼ਨ ਨਹੀਂ ਲੈਂਦੀ ਤਾਂ ਉਹ ਬਿੱਲ 'ਤੇ ਜੁਆਇੰਟ ਸਿਟਿੰਗ ਡੈਫੀਨੇਟਲੀ ਕੰਡਕਟ ਹੋਊਗੀ। ਠੀਕ ਹੈ ਜੀ। ਤਾਂ ਸੋ ਇਸ ਕੁਛ ਸਰਟਨ ਕੰਡੀਸ਼ਨ ਹੈਗੀਆਂ ਜਿਹਦਾ ਦੇ ਬੇਸਿਸ 'ਤੇ ਜੁਆਇੰਟ ਸਿਟਿੰਗ ਕੰਡਕਟ ਕਰਵਾਈ ਜਾ ਸਕਦੀ ਹੁੰਦੀ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਅਤੇ ਤੁਹਾਨੂੰ ਮੈਂ ਇੱਕ ਗੱਲ ਹੋਰ ਵੀ ਦੱਸਣਾ ਚਾਹੂੰਗਾ, ਜੁਆਇੰਟ ਸਿਟਿੰਗ ਸਿਰਫ ਆਰਡੀਨਰੀ ਬਿੱਲ 'ਤੇ ਹੀ ਕੰਡਕਟ ਕਰਵਾਈ ਜਾ ਸਕਦੀ ਹੁੰਦੀ ਹੈ। ਨਾ ਮਨੀ ਬਿੱਲ 'ਤੇ ਜੁਆਇੰਟ ਸਿਟਿੰਗ ਹੁੰਦੀ, ਨਾ ਹੀ ਆਪਣੇ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ 'ਤੇ ਜੁਆਇੰਟ ਸਿਟਿੰਗ ਕੰਡਕਟ ਕਰਵਾਈ ਜਾ ਸਕਦੀ ਹੈ। ਠੀਕ ਹੈ। ਸੋ ਇਸ ਚੀਜ਼ ਨੂੰ ਤੁਸੀਂ ਮੇਜਰਲੀ ਧਿਆਨ ਰੱਖਣਾ ਵੀ ਜਿਹੜੀ ਜੁਆਇੰਟ ਸਿਟਿੰਗ ਹੈਗੀ ਹੈ ਸਿਰਫ ਆਰਡੀਨਰੀ ਬਿੱਲ 'ਤੇ ਹੀ ਕੰਡਕਟ ਕਰਵਾਈ ਜਾ ਸਕਦੀ, ਨਾ ਕਿ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ 'ਤੇ, ਨਾ ਮਨੀ ਬਿੱਲ 'ਤੇ ਜੁਆਇੰਟ ਸਿਟਿੰਗ ਕੰਡਕਟ ਕਰਵਾਈ ਜਾ ਸਕਦੀ ਹੈ। ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ, ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ। ਥੈਂਕ ਯੂ ਸੋ ਮਚ।